नेक्स्ट टॉपिक अपने को हैगा जेड़ा, ठीक है, टॉपिक सीगा अपने को मोशनल ईएमएफ। ਆਪਾਂ ਕੱਲ ਇਹ ਡਿਫਾਈਨ ਕਰਦੇ ਪਏ ਸੀਗੇ ਕਿ ਵੀ ਆਪਣੇ ਕੋਲ ਜਿੰਨੇ ਡਿਫਰੈਂਟ ਮੈਥਡ ਨੇ, ਠੀਕ ਹੈ, ਮੈਗਨੈਟਿਕ ਫਲਕਸ ਨੂੰ ਚੇਂਜ ਕਰਾਉਣ ਦੇ, ਉਹਨਾਂ ਚੋਂ ਕਿਸੇ ਵੀ ਮੈਥਡ ਦੇ ਕਰਕੇ ਜੇ ਕੋਇਲ ਦੇ ਅੰਦਰ ਫਲਕਸ ਚੇਂਜ ਹੋ ਗਈ ਤਾਂ ਅਸੀਂ ਕਹਿੰਦੇ ਈਐਮਐਫ ਇੰਡਿਊਸ ਹੁੰਦੀ ਹੈ। ਉਹਦੇ ਵਿੱਚੋਂ ਇੱਕ ਮੈਥਡ ਇਹ ਲਿੱਤਾ ਸੀ ਕਿ ਜੇ ਐਸ ਸੱਚ ਕਿਸੇ ਰੀਜਨ 'ਚ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਵੇ ਤੇ ਉਸ ਰੀਜਨ ਦੇ ਅੰਦਰ ਤੁਸੀਂ ਮੈਗਨੈਟਿਕ ਫੀਲਡ ਦੇ ਰੀਜਨ 'ਚ ਕਿਸੇ ਕੋਇਲ ਨੂੰ ਮੂਵ ਕਰਦੇ ਪਏ ਅੰਦਰ ਬਾਹਰ ਨੂੰ, ਤੇ ਕੋਇਲ ਦੀ ਮੋਸ਼ਨ ਕਰਕੇ ਕੋਇਲ ਦਾ ਏਰੀਆ ਮੈਗਨੈਟਿਕ ਫੀਲਡ ਦੇ ਅੰਦਰ ਇਨਕਰੀਜ਼ ਡਿਕਰੀਜ਼ ਹੁੰਦਾ, ਤੇ ਜਦੋਂ ਮੈਗਨੈਟਿਕ ਫੀਲਡ ਦੇ ਅੰਦਰ ਏਰੀਆ ਇਨਕਰੀਜ਼ ਡਿਕਰੀਜ਼ ਹੁੰਦਾ ਤੇ ਤਾਂ ਵੀ ਫਲਕਸ ਚੇਂਜ ਹੁੰਦੀ ਤੇ ਤਾਂ ਵੀ ਈਐਮਐਫ ਇੰਡਿਊਸ ਹੁੰਦੀ। बट क्योंकि वो मोशन ऑफ कॉइल करके ईएमएफ इंड्यूस हुई है, इसलिए ਅਸੀਂ ਨੂੰ ਨਾਮ ਮੋਸ਼ਨਲ ਈਐਮਐਫ ਡਿਫਾਈਨ ਕਰਦੇ ਪਏ। ਉਹਨੇ ਇਹਦੀ ਵੈਲਿਊ ਕੈਲਕੂਲੇਟ ਕਰਨ ਲਈ ਡਿਫਾਈਨ ਆਪਾਂ ਨੂੰ ਕਰ ਦਿੱਤਾ। ਮੰਨ ਲਓ ਇੱਕ ਰੀਜਨ ਦੇ ਅੰਦਰ ਤੁਸੀਂ ਯੂਨੀਫਾਰਮ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ ਵਾ, क्रॉस ਅਸੀਂ ਸ਼ੋ ਅਪ ਕਰਦੇ ਹਾਂ ਕਿ ਵੀ ਜਿਹੜਾ ਮੈਗਨੈਟਿਕ ਫੀਲਡ ਆ ਇਕੁਅਲ ਡਿਸਟੈਂਸ ਤੇ क्रॉस ਦਾ ਮਤਲਬ ਇਹ ਹੈਗਾ ਕਿ ਵੀ ਮੈਗਨੈਟਿਕ ਫੀਲਡ ਯੂਨੀਫਾਰਮ ਆ ਔਰ ਪਰਪੈਂਡੀਕੂਲਰ ਟੂ ਦਾ ਪਲੇਨ ਆ ਤੇ ਇਨਵਰਡ ਆ, यानी आ क्रॉस ला के चलना ते एदा मतलब ये होएगा कि इस बोर्ड दे उत्ते मैग्नेटिक फील्ड अप्लाई कीता होया, ठीक है, परपेंडिकुलर टू द बोर्ड एंड इन इनवर्ड डायरेक्शन। मतलब आ मेरा हाथ नॉर्थ पोल होएगा ते इहदे बैक ते मेरे कोल जेड़ा वा साउथ पोल आ ते मैग्नेटिक फील्ड नॉर्थ तो साउथ अंदर नु जांदिया पे ते इस रीजन दे अंदर जे आ आपां शो करिए कि भी मेरे कोल एज सच एक कोई रॉड हैगी आ, ठीक है, आ मान लो मेरे कोल एक कोई रॉड गिवन आ, ठीक है, जिहदी थिकनेस ਅਸੀਂ कंसीडर किते नहीं करदे। इस रॉड दे अंदर ਅਸੀਂ ਇਹ डिफाइन करते पे कि जे इस रॉड ਨੂੰ मैं v वेलोसिटी ਨਾਲ मूव करा, इनसाइड ਦਾ मैग्नेटिक फील्ड आउटसाइड ਦਾ मैग्नेटिक फील्ड, ਜਦੋਂ मैं ਇਹਨੂੰ मूव कराऊंगा ਤੇ ਉਸ ਇਨਸਟੈਂਟ ਤੇ ਕੀ ਹੋਇਆ ਅਸੀਂ ਇਹ डिफाइन ਕਰਦੇ कि ਜਦੋਂ ਇਹ v वेलोसिटी ਨਾਲ मैग्नेटिक फील्ड ਦੇ ਇਨਫਲੂਐਂਸ ਚ मूव करेगी ਤੇ ਇਸ ਕੰਡਕਟਿੰਗ ਰॉड ਦੇ ਅੰਦਰ ਜਿਹੜੇ ਚਾਰਜ ਪਾਰਟੀਕਲ ਨੇ, ਕਿਉਂਕਿ ਕੰਡਕਟਰ ਆ ਮੈਟਲ ਤੋਂ ਬਣਿਆ, ਮੈਟਲ ਦੇ ਅੰਦਰ ਫ੍ਰੀ ਇਲੈਕਟ੍ਰੋਨ ਅਵੇਲੇਬਲ, ਇਹਦਾ ਮਤਲਬ ਇਹ ਹੋਏਗਾ ਇਸ ਮੈਟੈਲਿਕ ਕੰਡਕਟਰ ਦੇ ਅੰਦਰ ਜਿਹੜੇ ਫ੍ਰੀ ਚਾਰਜ ਹੈਗਾ ਵਾ ਉਹ ਫ੍ਰੀ ਚਾਰਜ ਕੰਡਕਟਰ ਦੇ ਇੱਕ ਐਂਡ ਤੋਂ, ਠੀਕ ਹੈ, ਕੰਡਕਟਰ ਦੇ ਦੂਸਰੇ ਐਂਡ ਵੱਲ ਨੂੰ ਮੂਵ ਕਰਨਾ ਸ਼ੁਰੂ ਕਰੇਗਾ। ਕਿਉਂ? ਕਿਉਂਕਿ ਫਲੇਮਿੰਗ ਲੈਫਟ ਹੈਂਡ ਰੂਲ ਦੇ ਅਕੋਰਡਿੰਗਲੀ ਅਸੀਂ ਪੜਿਆ ਕਿ ਜੇ ਕੋਈ ਚਾਰਜ ਪਾਰਟੀਕਲ, ਫਸਟ ਫਿੰਗਰ ਮੈਗਨੈਟਿਕ ਫੀਲਡ, ਸੈਕੰਡ ਫਿੰਗਰ ਮੋਸ਼ਨ ਆਫ ਦਾ ਚਾਰਜ ਪਾਰਟੀਕਲ ਤੇ ਥੰਬ ਮੇਰੇ ਕੋਲ ਫੋਰਸ ਆ ਗਈ, ਜੇ ਮੈਂ ਇਸ ਮੂਵਮੈਂਟ ਤੇ ਇੱਥੇ ਮੈਗਨੈਟਿਕ ਫੀਲਡ ਅਪਲਾਈ ਕੀਤਾ, ਜੇ मैं इस वेले ते मैग्नेटिक फील्ड अप्लाई किया इनवर्ड ते इस कंडक्टर दे अंदर जेडे चार्ज पे आ कंडक्टर दे अंदर जेडे चार्ज पे आ, इना चार्ज दे अंदर जेडी आ फोर्स लगनी आ, इने उस चार्ज पार्टिकल नु मोशन देनी ते जदों इने चार्ज पार्टिकल नु मोशन दित्ती तां असीं फाइंड आउट करदे कि इलैक्ट्रॉन जेडे ने दे स्टार्ट मूविंग फ्रॉम वन एंड ऑफ कंडक्टर टुवर्ड्स द अनदर एंड, जिहदे करके इहदे इस एंड तो इलैक्ट्रॉन जेड़ा होएगा, ठीक है, वो एस एच मूव करके दूसरे एंड वाल जाना शुरू हो जू। आ चीज नु थोड़ा जा एस एच बड़ा करके दिखाने लगे कि अंदरला पार्ट अपन नु दिख जवे, ठीक है, यानी आ मेरे को जेडी एस एच रॉड आ गई उन्होंने ਆਪਾਂ ਆ ਸ਼ੋ ਅਪ ਕਰਦੇ ਪਏ ਆ। ਇਸ PQ ਰॉड ਦੇ ਅੰਦਰ ਮੇਰੇ ਕੋਲ ਜਿਹੜੇ एस एच फ्री चार्ज ने, ਜਦੋਂ ਉਹਨਾਂ ਚਾਰਜ ਪਾਰਟੀਕਲ ਤੇ ਫੋਰਸ ਐਕਟ ਕਰੇਗੀ ਉਸ ਫੋਰਸ ਦੇ ਕਰਕੇ ਆ ਇਲੈਕਟ੍ਰੋਨ ਜਿਹੜੇ ਮੇਰੇ एस एच ਇੱਕ ਐਂਡ ਆਫ ਕੰਡਕਟਰ ਤੋਂ ਦੂਸਰੇ ਐਂਡ ਵੱਲ ਨੂੰ ਫਲੋ ਕਰਨਾ ਸ਼ੁਰੂ ਹੋ ਜਾਣ, ਜਿਹਦੇ ਕਰਕੇ ਕੀ ਹੋਏਗਾ ਜਦੋਂ ਇਹਨਾਂ ਤੇ ਫੋਰਸ ਲੱਗੀ ਔਰ ਚਾਰਜ ਫਲੋ ਕੀਤਾ ਤੇ ਇਹਦਾ ਇੱਕ ਐਂਡ ਜਿਹੜਾ ਮੇਰੇ ਕੋਲ ਆ ਉਹ ਨੈਗੇਟਿਵਲੀ ਚਾਰਜ ਤੇ ਇੱਕ ਐਂਡ ਦਾ ਜਿਹੜਾ ਉਹ ਮੇਰੇ ਕੋਲ ਪੋਜ਼ਿਟਿਵ ਚਾਰਜ बनना शुरू हो जाना, क्योंकि इथों इलैक्ट्रॉन ਅਸੀਂ ਕਹਿੰਦੇ फ्लो करदा, इसलिए इस एंड पे पॉजिटिव चार्ज बनना शुरू हो जाएगा और इस साइड ਨੂੰ इलैक्ट्रॉन फ्लो करके ਜਾਂਦਾ ਪਿਆ, ਇਹਦਾ ਮਤਲਬ ਇਸ ਸਾਈਡ ਨੂੰ ਮੇਰੇ ਕੋਲ ਨੈਗੇਟਿਵ ਚਾਰਜ ਆਣਾ ਸ਼ੁਰੂ ਹੋ ਜੂ। ਸੋ ਕੰਟੀਨਿਊਸਲੀ ਜਦੋਂ ਤੱਕ ਮੇਰਾ ਕੰਡਕਟਰ, ਜਦੋਂ ਤੱਕ ਮੇਰੀ ਕੰਡਕਟਿੰਗ ਰॉड है ना मैग्नेटिक फील्ड दे अंदर बाहर मोशन च होएगी ते उदों तक मैग्नेटिक फोर्स दे लगन करके इहदे अंदर चार्ज दा फ्लो बनना शुरू हो जाएगा ते चार्ज दे फ्लो करके इहदे एक एंड वाल नेगेटिव ते दूजे एंड वाल पॉजिटिव पोटेंशियल बनना शुरू हो जू, यानी एक एंड पॉजिटिव पोटेंशियल ते आएगा और एक एंड नेगेटिव पोटेंशियल ते आएगा, जिहदा मतलब इहदे दो एंड दे विच पोटेंशियल दा डिफरेंस बनना शुरू हो जू ਤੇ ਪੋਟੈਂਸ਼ੀਅਲ ਡਿਫਰੈਂਸ ਦਾ ਦੂਜਾ ਨਾਮ ਈਐਮਐਫ ਹੁੰਦਾ। ਪੋਟੈਂਸ਼ੀਅਲ ਡਿਫਰੈਂਸ ਦਾ ਦੂਜਾ ਨਾਮ ਈਐਮਐਫ ਆ। ਇਸ ਮੂਵਮੈਂਟ ਤੇ ਇਹਦੇ ਚ ਚਾਰਜ ਦੇ ਸੈਪਰੇਸ਼ਨ ਕਰਕੇ ਇਹਦਾ ਇੱਕ ਐਂਡ ਮੇਰੇ ਕੋਲ ਨੈਗੇਟਿਵ ਪੋਟੈਂਸ਼ੀਅਲ ਤੇ ਔਰ ਇੱਕ ਐਂਡ ਪੋਜ਼ਿਟਿਵ ਪੋਟੈਂਸ਼ੀਅਲ ਤੇ ਆ ਰਿਹਾ।
और इन्हां चार्जिस दे विच आपस च इलैक्ट्रोस्टैटिक अट्रैक्टिव फोर्स भी बनदी पई, यानी आ पॉजिटिव इस नेगेटिव नो ते ए नेगेटिव इस पॉजिटिव नो अट्रैक्ट भी करना चाह रहा। ठीक है, ਇਹਦਾ ਮਤਲਬ ਇਹ ਹੋ ਗਿਆ ਜਦੋਂ ਤੱਕ ਇਹਦੇ ਅਕ੍ਰੋਸ ਤੁਹਾਡੇ ਕੋਲ ਆ ਮੋਸ਼ਨ ਆਫ ਕੰਡਕਟਰ ਬਣਿਆ ਰਹੇਗਾ, ਜਦੋਂ ਤੱਕ ਇਹਦੇ ਅਕ੍ਰੋਸ ਮੋਸ਼ਨ ਆਫ ਕੰਡਕਟਰ ਬਣਿਆ ਰਹੇਗਾ, ਇਹਨਾਂ ਚਾਰਜ ਪਾਰਟੀਕਲ ਤੇ ਐਸ ਸੱਚ ਮੈਗਨੈਟਿਕ ਫੋਰਸ ਲਾਈ ਕਰੀ ਜਾਣੀ। ਮੈਗਨੈਟਿਕ ਫੋਰਸ ਦੇ ਕਰਕੇ ਚਾਰਜ ਮੇਰੇ ਕੋਲ ਫਲੋ ਕਰਕੇ, ਠੀਕ ਹੈ, ਇੱਥੇ ਈਐਮਐਫ ਪ੍ਰੋਡਿਊਸ ਕਰਕੇ ਰੱਖੂਗਾ। ਬਟ as soon as you will stop moving the ਕਹਿੰਦਾ ਜੀ ਕੰਡਕਟਿੰਗ ਰੋਡ, ਠੀਕ ਹੈ, ਜੇ ਮੈਂ ਇਹਨੂੰ ਰੋਡ ਨੂੰ ਮੂਵ ਕਰਾਣਾ ਬੰਦ ਕਰ ਦਵਾਂ ਤੇ ਇਹਦੇ ਅੰਦਰ ਉਸ ਮੂਵਮੈਂਟ ਤੇ ਆ ਚਾਰਜ ਦਾ ਫਲੋ ਜਿਹੜਾ ਵਾ, ਜਿਹੜਾ ਇਸ ਮੂਵਮੈਂਟ ਦੇ ਇੱਥੇ ਮੈਗਨੈਟਿਕ ਫੋਰਸ ਕਰਕੇ ਬਣਿਆ ਸੀ, ਉਹ ਚਾਰਜ ਦਾ ਫਲੋ ਰੁਕ ਜਾਣਾ। ਠੀਕ ਹੈ, ਤੇ ਕਿਉਂਕਿ ਮੈਗਨੈਟਿਕ ਫੋਰਸ ਉਦੋਂ ਜ਼ੀਰੋ ਹੋ ਗਈ, ਠੀਕ ਹੈ, ਤੇ ਜੇ ਮੈਗਨੈਟਿਕ ਫੋਰਸ ਇਹਦੇ ਤੇ ਜ਼ੀਰੋ ਹੋ ਗਈ ਤੇ ਇਹਨਾਂ ਚਾਰजेस ਦੇ ਅੰਦਰ ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਆ ਉਹਨੇ ਡੋਮੀਨੇਟ ਕਰ ਜਾਣਾ ਤੇ ਇਹ ਚਾਰਜ ਫਿਰ ਦੁਬਾਰਾ ਤੋਂ ਇੱਕ ਦੂਜੇ ਨਾਲ ਮਿਕਸ ਹੋ ਕੇ ਨਿਊਟਰਲਾਈਜ਼ ਹੋ ਜਾਣ। ਇਹਦਾ ਮਤਲਬ ਜਿਹੜੀ ਈਐਮਐਫ ਇਹਦੇ ਅੰਦਰ ਇੰਡਿਊਸ ਹੋਈ ਸੀਗੀ ਉਹ ਇੰਡਿਊਸਡ ਈਐਮਐਫ ਖਤਮ ਹੋ ਜਾਏਗੀ। ਠੀਕ ਹੈ, ਜਦੋਂ ਐਸ ਸੱਚ ਮੋਸ਼ਨ ਆਫ ਕੰਡਕਟਰ ਮੇਰੇ ਕੋਲ ਰੁਕ ਗਏ। ਇਹਦਾ ਮਤਲਬ ਇੱਕ ਚੀਜ਼ ਆਈ, ਇਹਦੇ ਅੰਦਰ ਈਐਮਐਫ ਇੰਡਿਊਸ ਉਦੋਂ ਤੱਕ ਰਹੇਗੀ ਜਦੋਂ ਤੱਕ ਇੱਥੇ ਮੇਰੇ ਕੋਲ ਕੰਡਕਟਰ ਦੀ ਮੋਸ਼ਨ ਜਿਹੜੀ ਉਹ ਮੇਨਟੇਨ। ਜੇ ਕੰਡਕਟਰ ਦੀ ਮੋਸ਼ਨ ਮੇਰੇ ਕੋਲ ਖਤਮ ਹੋ ਜਾਂਦੀ, ਜੇ ਕੰਡਕਟਰ ਦੀ ਮੋਸ਼ਨ ਮੇਰੇ ਕੋਲ ਖਤਮ ਹੋ ਜਾਂਦੀ ਤੇ ਇਹਦੇ ਅੰਦਰ ਉਸ ਮੂਵਮੈਂਟ ਤੇ ਜਿਹੜੇ ਚਾਰਜ ਨੇ ਈਐਮਐਫ ਬਣਾਈ ਸੀ ਉਹ ਚਾਰਜ ਆਪਸ ਚ ਨਿਊਟਰਲਾਈਜ਼ ਹੋ ਜਾਣੇ ਤੇ ਨਿਊਟਰਲਾਈਜ਼ ਹੋ ਕੇ ਇਹਦੇ ਅੰਦਰ ਕੋਈ ਚਾਰਜ ਨਹੀਂ ਰਹਿ ਜਾਏਗਾ, ਜਿਹਦੇ ਕਰਕੇ ਇੰਡਿਊਸਡ ਈਐਮਐਫ ਜ਼ੀਰੋ ਹੋ ਜਾਏਗੀ। क्या इन्नी गल पहले समय लगती पई? यस सर। जिन्ना दसदा पिया बेटा ये एसएच दी थ्योरी आ पुत। ठीक है, इस तो बाद विच दो लाइनां दा मैथमैटिकल बनना मेन तुहानू पढ़न लगे इहदी बुक दे चो थ्योरी इंपॉर्टेंट है और ध्यान नाल समझ आनी चाहिए। मैं जल्दी जल्दी एक बार दोबारा इस सारी चीज नू दसदा पिया। आपां ये कहा कि भी जदों तुहाडे कोल एसएच ताकि डेफिनेशन सिर्फ इन्नी है कि भी ईएमएफ इंड्यूस्ड इन द कॉइल ड्यू टू मोशन ऑफ द कहना जी मैग्नेट या ड्यू टू मोशन ऑफ द कॉइल। कॉइल दी मोशन मैग्नेटिक फील्ड दे विच हैगी आ ते ਅਸੀਂ ਕਹਿੰਦੇ ईएमएफ इंड्यूस ਹੁੰਦੀ ਪਈ ਤੇ ਉਹ ਉਹਨੂੰ ईएमएफ ਨੂੰ ਅਸੀਂ मोशनल ईएमएफ कहने पए। क्लियर है सर? हाँ जी सर इसमें हमने फ्लेमिंग राइट हैंड रूल कैसे अप्लाई किया सर, वो एक बार बता दो। उत फ्लेमिंग राइट हैंड रूल ਆਪਾਂ ਸਿਰਫ ਇੰਨੀ ਗੱਲ ਨਾਲ ਲਗਾ ਰਹੇ ਨਾ ਕਿ ਵੀ ਅਸੀਂ ਮੇਨ ਲੱਗਿਆ ਫੋਰਸ ਵਾਸਤੇ ਰੂਲ। फ्लेमिंग राइट हैंड रूल इंड्यूस करंट दी डायरेक्शन ਲਈ ਆਏਗਾ। ਆਪਾਂ ਹਜੇ ਸਿਰਫ ਇੰਨੀ ਗੱਲ ਕਹਿ ਰਹੇ ਹਾਂ ਕਿ फ्लेमिंग ਲੈਫਟ ਹੈਂਡ ਰੂਲ ਦੇ ਅਕੋਰਡਿੰਗਲੀ, ਲੈਫਟ ਹੈਂਡ ਰੂਲ ਦੇ ਅਕੋਰਡਿੰਗਲੀ ਜੇ ਮੇਰੇ ਕੋਲ ਐਸਾ ਇਸ ਥਾਂ ਤੇ ਮੈਂ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਤੇ ਇਨਵਰਡ ਲਾਇਆ ਤੇ ਇਹਦੇ ਅੰਦਰ ਜਿਹੜੇ ਚਾਰਜ ਪਏ ਨੇ ਆ ਫਿੰਗਰ, ਠੀਕ ਹੈ, ਜਿਹੜੇ ਅੰਦਰ ਚਾਰਜ ਪਏ ਨੇ ਉਹਨਾਂ ਚਾਰजेस ਦੇ ਉੱਤੇ ਫੋਰਸ ਲੱਗੀ ਆ ਤੇ ਜਦੋਂ ਐਸਐਚ ਮੈਗਨੈਟਿਕ ਫੀਲਡ ਦੇ ਅੰਦਰ ਚਾਰਜ ਪਾਰਟੀਕਲ ਤੇ ਫੋਰਸ ਲੱਗੇਗੀ ਉਸ ਫੋਰਸ ਦੇ ਕਰਕੇ, ठीक है, चार्ज मेरा जेड़ा वो मूव करना शुरू हो गया, यानी आ फिंगर दे अलोंग जिन्हों हिला रहा इस फिंगर दे अलोंग चार्ज मेरा फ्लो करन लग गया। ये फ्लेमिंग लेफ्ट हैंड रूल दे अकॉर्डिंगली आपां ये गल करदे पए। वो जेड़ी फोर्स लगी ओने चार्ज नु मोशन दित्ती, ओने चार्ज नु मोशन दित्ती ते ओदे करके की होया इस एंड तो इलैक्ट्रॉन फ्लो करके इस एंड वल जाना शुरू हो गया, जिहदे नाल इस एंड ते पॉजिटिव चार्ज बनना शुरू हो जू ते इहदे इस एंड ते नेगेटिव। अल्टीमेट जो ये अक्रॉस आ चार्ज मेरे को एसएच इंड्यूस्ड चार्ज बनाई चलेगा, मतलब आ चार्ज मेरे फ्लो करके दो एंड दे उत्ते इकट्ठे होई जाने, इन्हां चार्जेस दी एकमुलेशन करके इकट्ठे होने करके एक एंड मेरा जिहड़ा वा रॉड दा एक तरह वो पॉजिटिव पोटेंशियल ते आजू ते रॉड दा दूजा एंड जिहड़ा वा वो मेरा नेगेटिव पोटेंशियल ते आ गया। आ पेन मेरा रॉड होगी, मेटल रॉड आ, इहदे एक एंड दा चार्ज दे फ्लो करके पॉजिटिव पोटेंशियल ते दूजे एंड ते नेगेटिव पोटेंशियल, यानी एक तरह ये रॉड मेरी सैल बन के तैयार हो गई। ठीक है, ਇਹਦੇ ਅੰਦਰ ਐਸਐਚ ਦੋ ਐਂਡ ਦੇ ਵਿੱਚ ਪੋਟੈਂਸ਼ੀਅਲ ਦਾ ਡਿਫਰੈਂਸ ਬਣ ਚੁੱਕਾ। ਹੁਣ ਜਦੋਂ ਇਹਦੇ ਦੋ ਐਂਡ 'ਚ ਪੋਟੈਂਸ਼ੀਅਲ ਦਾ ਡਿਫਰੈਂਸ ਬਣਿਆ ਉਹ ਕਦੋਂ ਤੱਕ ਬਣਿਆ ਰਹੂ? ਪੋਟੈਂਸ਼ੀਅਲ ਦੇ ਡਿਫਰੈਂਸ ਨੂੰ ਅਸੀਂ ਈਐਮਐਫ ਕਹਿੰਦੇ, ਕਹਿੰਦਾ ਕਦੋਂ ਤੱਕ ਰਹੇਗੀ? ਉਹ 'ਚ ਅਸੀਂ ਨੋਟ ਕੀਤਾ ਜਿੱਦਾਂ ਹੀ ਤੁਸੀਂ ਮੈਗਨੇਟ ਦੀ ਮੂਵਮੈਂਟ ਬੰਦ ਕਰਦੇ ਹੋ, ਠੀਕ ਹੈ, ਜਿੱਦਾਂ ਹੀ ਤੁਸੀਂ ਰॉड ਦੀ ਮੂਵਮੈਂਟ ਬੰਦ ਕਰਦੇ ਹੋ ਤੇ ਉਹ ਇਮੀਡੀਏਟ ਅਸੀਂ ਦੇਖਦੇ ਕਿ ਆ ਚਾਰਜ ਨਿਊਟਰਲਾਈਜ਼ ਹੋ ਗਿਆ, ਇਹ 'ਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆਇਆ ਸੀ ਉਹ ਜ਼ੀਰੋ ਹੋ ਗਿਆ। ਕਹਿੰਦਾ ਵੀ ਉਹ ਕਿਉਂ ਹੋਇਆ ਤੇ ਉਹਦਾ ਰੀਜ਼ਨ ਅਸੀਂ ਇਹ ਦਿੰਨੇ ਪਏ ਕਿ ਆ ਮੈਗਨੈਟਿਕ ਫੋਰਸ ਦੇ ਕਰਕੇ ਚਾਰਜ ਫਲੋ ਰॉड मूव कर रही सी और ਇਹਦੇ ਕਰਕੇ ਰॉड ਦੀ ਮੋਸ਼ਨ ਕਰਕੇ
ਇਹਦੇ ਅੰਦਰ ਜਿਹੜੀ ਮੈਗਨੈਟਿਕ ਫੋਰਸ ਲੱਗ ਰਹੀ ਸੀ ਉਹ ਚਾਰਜ ਮੇਰੇ ਕੋਲ ਜਿਹੜਾ ਫਲੋ ਕਰਾ ਰਹੀ ਸੀ, EMF ਬਣਾਉਂਦੀ ਪਈ ਸੀ। ਪਰ ਜਿੱਦਾਂ ਹੀ ਮੇਰੀ ਰੋਡ ਦੀ ਮੂਵਮੈਂਟ ਬੰਦ ਹੋਈ, ਇਹਦੀ ਵੈਲੋਸਿਟੀ ਜ਼ੀਰੋ ਹੋਈ, ਤੇ ਇਮੀਡੀਏਟਲੀ ਜਿਹੜੀ ਮੈਗਨੈਟਿਕ ਫੋਰਸ ਲੱਗਦੀ ਉਹ ਬੰਦ ਹੋ ਗਈ। ਤੇ ਜੇ ਮੈਗਨੈਟਿਕ ਫੋਰਸ ਬੰਦ ਹੋ ਗਈ ਤੇ ਜਿਹੜੀ ਇਹਨਾਂ ਚਾਰजेस ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਹੈਗੀ ਆ, ਉਹਨੇ ਇਹਨਾਂ ਚਾਰजेस ਨੂੰ ਆਪਸ ਦੇ ਵਿੱਚ ਮਿਕਸ ਅਪ ਕਰਕੇ ਨਿਊਟਰਲਾਈਜ਼ ਕਰ ਦੇਣਾ। ਇਹਦਾ ਮਤਲਬ ਇਹਦੇ ਕੰਡਕਟਰ ਦੇ ਦੋ ਐਂਡ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਦਾ ਡਿਫਰੈਂਸ ਬਣਿਆ ਸੀ, ਉਹ ਪੋਟੈਂਸ਼ੀਅਲ ਦਾ ਡਿਫਰੈਂਸ ਖਤਮ ਹੋ ਗਿਆ। ਇਹਦਾ ਮਤਲਬ no EMF will be induced in the rod, no EMF will be induced in the rod when the rod is held stationary inside or outside the magnetic। ਜਦੋਂ ਇਹਨੂੰ ਮੈਂ ਸਟੇਸ਼ਨਰੀ ਕਰ ਦਿੱਤਾ, ਇਹਦੀ ਵੈਲੋਸਿਟੀ ਨੂੰ ਮੈਂ ਜ਼ੀਰੋ ਕਰ ਲਿਆ, ਤੇ ਇਸ ਰੋਡ ਦੇ ਅੰਦਰ ਜਿਹੜਾ ਉਸ ਮੂਵਮੈਂਟ ਤੇ ਕੋਈ EMF ਇੰਡਿਊਸ ਨਹੀਂ ਰਹਿ ਜਾਏਗੀ। ਆ ਕਹਿਣਾ ਪਿਆ। ਇੰਨੀ ਗੱਲ ਸਮਝ ਲੱਗੀ? यस ਚਲ ਹੁਣ ਇਸੇ ਨੂੰ ਕੰਟੀਨਿਊ ਕਰ ਰਿਹਾ। ਹੁਣ ਜਦੋਂ ਇਹਦੇ ਦੋ ਐਂਡ ਦੇ ਅਕ੍ਰੋਸ ਅਸੀਂ ਕਹਿੰਦੇ ਬੇਟਾ ਪੋਟੈਂਸ਼ੀਅਲ ਡਿਫਰੈਂਸ ਬਣਿਆ, ਤਾਂ ਕਹਿੰਦਾ ਜੀ ਇਸ ਪੋਟੈਂਸ਼ੀਅਲ ਡਿਫਰੈਂਸ ਨੂੰ ਅਸੀਂ ਨਾਮ ਦਿੰਨੇ ਪਏ ਕਿ ਇਹ ਚ EMF ਇੰਡਿਊਸ ਹੋ ਕੇ ਆ ਗਈ। ਉਹ ਕਹਿੰਦਾ ਜੀ ਜੇ ਇਹਦੇ ਅੰਦਰ EMF ਇੰਡਿਊਸ ਹੋਈ ਆ, ਜਿਹੜੀ ਚਾਰਜ ਪਾਰਟੀਕਲ ਤੇ ਫੋਰਸ ਲੱਗਦੀ, we know that force acting on charge particle, force acting on charge particle in magnetic field is given by, ठीक है, ਇਹਦੇ ਵਰਡ ਪੂਰੇ ਕਰੋ। force acting on charge particle, q ਕੂਲਮ ਦਾ ਚਾਰਜ ਹੋ ਗਿਆ, v ਵੈਲੋਸਿਟੀ ਨਾਲ ਮੂਵ ਕਰਦਾ ਪਿਆ, ਕਹਿੰਦਾ ਜੀ ਮੈਗਨੈਟਿਕ ਫੀਲਡ B ਅਪਲਾਈ ਆ, ਇਹਦੇ ਮਤਲਬ ਇਸ ਮੂਵਮੈਂਟ ਤੇ ਚਾਰਜ ਪਾਰਟੀਕਲ ਤੇ ਫੋਰਸ ਲੱਗ ਗਈ BQV। ਠੀਕ ਹੈ, ਇਸ ਮੂਵਮੈਂਟ ਤੇ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਇੱਕ ਦੂਜੇ ਦੇ ਪਰਪੈਂਡੀਕੂਲਰ ਆ। ਮੈਗਨੈਟਿਕ ਫੀਲਡ ਮੇਰਾ ਆ ਐਕਸਿਸ ਤੇ ਆ ਤੇ ਵੈਲੋਸਿਟੀ ਵੈਕਟਰ ਮੇਰਾ ਇਸ ਐਕਸਿਸ ਤੇ ਆ, ਯਾਨੀ ਆ ਦੋ ਚੀਜ਼ਾਂ ਇੱਕ ਦੂਜੇ ਦੇ ਪਰਪੈਂਡੀਕੂਲਰ ਕਰਕੇ ਇੱਥੇ sin 90 ਦਾ ਕੇਸ ਬਣਿਆ। ਇੰਨੀ ਫੋਰਸ ਲੱਗੀ, ਇਸ ਫੋਰਸ ਦੇ ਕਰਕੇ ਅਸੀਂ ਕਹਿੰਦੇ ਜੀ ਚਾਰਜ ਨੂੰ ਮੂਵ ਕਰਾਉਣ ਲਈ ਕੁਝ ਵਰਕ ਕਰਨਾ ਪਿਆ। ਕਿਆ ਇੰਨੀ ਗੱਲ ਸਮਝ ਲੱਗੀ? Yes, sir. यस sir. ਜੇ ਮੈਂ ਇੱਥੇ ਵਰਕ ਪਰਫਾਰਮ ਕੀਤਾ ਬੇਟਾ ਤਾਂ ਆਪਾਂ ਕਹਿੰਦੇ ਜੀ ਵਰਕ ਡਨ ਇਨ ਮੂਵਿੰਗ ਦਾ ਚਾਰਜ, in moving the charge from one end of conductor, ਕੰਡਕਟਰ ਦੇ ਇੱਕ ਐਂਡ ਤੋਂ ਕੰਡਕਟਰ ਦੇ ਦੂਸਰੇ ਐਂਡ ਤੱਕ ਚਾਰਜ ਨੂੰ ਮੂਵ ਕਰਾਉਣ ਲਈ work done in moving the charge from one end of conductor to the other end is given by, work ਦਾ ਫਾਰਮੂਲਾ ਸਾਡੇ ਕੋਲ ਆ ਜਾਂਦਾ force into displacement, ਤੇ ਚਾਰਜ ਦੀ ਡਿਸਪਲੇਸਮੈਂਟ ਆ PQ ਦੇ ਬਰਾਬਰ ਹੋਈ ਆ, ਹਨਾ। ਇਹ ਜਿੰਨੀ ਰੋਡ ਦੀ ਲੈਂਥ ਆ, ਅਸੀਂ ਕਹਿੰਦੇ ਜਿੰਨੀਆਂ ਰੋਡ ਦੀ ਲੈਂਥ ਆ, ਇਹਦੇ ਇਸ ਐਜ ਤੇ ਮੇਰੇ ਕੋਲ ਜੇਕਰ ਐਸਐਚ ਪੋਜ਼ਿਟਿਵ ਚਾਰਜ ਹੈ ਤੇ ਇਸ ਐਂਡ ਤੇ ਨੈਗੇਟਿਵ, ਇਹ ਮਤਲਬ ਚਾਰਜ P ਤੋਂ ਲੈ ਕੇ Q ਐਂਡ ਤੱਕ ਮੂਵ ਕਰਦਾ ਪਿਆ। ਯਾਨੀ ਜੇ L ਕੰਡਕਟਰ ਦੀ ਲੈਂਥ ਆ ਤੇ ਚਾਰਜ ਨੇ L ਲੈਂਥ ਮੂਵ ਕੀਤੀ। Yes, sir. ਇਸ ਲਈ Yes, ਜੇ ਐਸਐਚ ਲਿਖੀਏ ਤੇ ਆ QP ਜਾਂ PQ ਮੇਰੇ ਕੋਲ ਜਿਹੜੀ ਕੰਡਕਟਰ ਦੀ ਲੈਂਥ ਦੇ ਬਰਾਬਰ ਕਹਿੰਦਾ ਜੀ ਉਹਨੇ ਡਿਸਟੈਂਸ ਟਰੈਵਲ ਕੀਤਾ। फोर्स की वैल्यू भर लो, ठीक है, इन्हें सॉल्व कर लो तो अपने को टर्म देखो की बनती थी, फोर्स आ गई अपनी BQV इनटू डिस्प्लेसमेंट ओदी L होगी। इतना क्लियर है जी? yes, sir. यस लास्ट वर्ड हम ਆਪਾਂ ਵਰਕ ਕੈਲਕੂਲੇਟ ਕਰ ਲਿਆ। ਹੁਣ ਆਪਾਂ ਕੱਢਦੇ ਪਏ EMF, है ना, बेशक वो मोशनल है या कोई आ, EMF ਦਾ ਫਾਰਮੂਲਾ ਆਪਣੇ ਕੋ ਨਾउ इंड्यूस्ड EMF, क्योंकि EMF कॉइल ਦੇ ਅੰਦਰ ਇੰਡਿਊਸ ਕੀਤੀ ਗਈ ਆ, ਕੋਈ ਬੈਟਰੀ ਲਾ ਕੇ ਸਪਲਾਈ ਨਹੀਂ ਕੀਤੀ, ਇਸ ਲਈ ਇੰਡਿਊਸਡ EMF ਜਿਹੜੀ ਹੋਏਗੀ, EMF ਦਾ ਫਾਰਮੂਲਾ ਹੁੰਦਾ ਜੋ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਉਹ ਲਗਾ ਰਿਹਾ, ਪੋਟੈਂਸ਼ੀਅਲ ਹੁੰਦਾ ਵਰਕ ਬਾय ਚਾਰਜ। ਇਹ ਮਤਲਬ EMF ਇੰਡਿਊਸ ਦਾ ਫਾਰਮੂਲਾ ਆ ਗਿਆ ਵਰਕ ਬਾय ਚਾਰਜ। ਠੀਕ ਹੈ, ਇਹਦੇ ਨਾਲ ਵਰਕ ਦੀ ਵੈਲਿਊ ਆਪਣੇ ਕੋਲ ਆ ਗਈ BQLV ਓਵਰ Q, ਆ ਕੈਂਸਲ ਆਊਟ ਕਰ ਲਓ। ਇਹ ਮਤਲਬ ਜਿਹੜੀ ਕॉइल ਦੇ ਅੰਦਰ EMF ਇੰਡਿਊਸ ਹੋਈ ਆ ਉਹਦਾ ਫਾਰਮੂਲਾ ਆ ਜਾਏਗਾ E = BLV। क्या इन्नी गल समझ लगी? Yes, sir. यस मतलब कंडक्टर दी लेंथ फिक्स वा, ठीक है, रॉड दी लेंथ फिक्स आ, मैग्नेटिक फील्ड फिक्स आ, सिर्फ V वेरिएबल आ। जिन्नी ज्यादा वेलोसिटी ना रॉड नु ਅਸੀਂ अंदर बाहर मूव करावांगे, है ना, ਇਹ ਮਤਲਬ ਉਨੀ ही EMF इंड्यूस भी मेरी ज्यादा होएगी। क्या आ गल समझ आई? Yes, sir. चल इसे नु कंटिन्यू कर रहे हैं। ਜੇ ਮੈਂ ਹੁਣ ਇਸ ਰੋਡ ਨੂੰ ਵਾਪਸ ਆਪਾਂ ਉਸੇ ਸਮਾਲ ਲੈਂਥ ਦੀ ਫਾਰਮ ਚ ਇਹਨੂੰ ਸਮਾਲ ਬਿਟ ਵਾਲੀ ਫਾਰਮ ਚ ਦਿਖਾ ਦਿੱਤਾ, ਆ ਮੇਰੀ ਰੋਡ ਸੀਗੀ,
ਜੇ ਮੈਂ ਇਸ ਰੋਡ ਨੂੰ ਇੱਕ ਐਸ ਸੱਚ ਵਾਇਰ ਦੇ ਨਾਲ ਔਰ ਵਾਇਰ ਨੂੰ ਇੱਕ ਬਲਬ ਦੇ ਨਾਲ ਅਟੈਚ ਕਰ ਲਵਾਂ, ਠੀਕ ਹੈ, ਆ ਮੇਰਾ ਸੈੱਲ ਬਣ ਚੁੱਕਾ, ਇਹਦੇ ਦੋ ਐਂਡ ਦੇ ਵਿੱਚ ਪੋਜ਼ਿਟਿਵ ਨੈਗੇਟਿਵ ਪੋਟੈਂਸ਼ੀਅਲ ਬਿਲਟ ਅਪ ਹੋ ਗਿਆ। ਹੁਣ ਜੇ ਮੈਂ ਇਹਦੇ ਦੋ ਐਂਡ ਦੇ ਉੱਤੇ ਤਾਰਾਂ ਲਾ ਕੇ ਇਹਨੂੰ ਇੱਕ ਬਲਬ ਦੇ ਨਾਲ ਜੋੜ ਦਵਾਂ, ਠੀਕ ਹੈ, ਔਰ ਜਦੋਂ ਇਹਨੂੰ ਮੈਂ ਰੋਡ ਨੂੰ ਅੰਦਰ ਬਾਹਰ ਮੂਵ ਕਰਦਾ ਪਿਆ ਤੇ ਮੈਂ ਨੋਟ ਕੀਤਾ ਉਹ ਬਲਬ ਜਿਹੜਾ ਮੇਰਾ ਉਹ ਗਲੋ ਕਰਦਾ ਵਾ। ਇਹਦਾ ਮਤਲਬ ਕੀ ਹੋਇਆ ਕਿ ਜੇਕਰ ਐਸ ਸੱਚ ਮੈਂ ਇਸ ਮੂਵਮੈਂਟ ਤੇ ਆ ਲਵਾਂ ਕਿ ਇਸ ਰੋਡ ਨੂੰ ਇਹਨੂੰ ਕੁछ ਨਾਮ ਦੇ ਦੋ PQRS, कुछ नाम दे दो, यानी मेरा एक कंप्लीट क्लोज सर्किट बन गया। इस कंप्लीट क्लोज सर्किट दे दो एंड दे अक्रॉस आ जेड़ा PQ रॉड आ ये मेरा एक तरह सैल वा। इन्नी गल समझ लग रही बेटा? यस सर। जेड़ी अपनी रॉड आ PQ रॉड दे दो एंड दे विच पोटेंशियल डिफरेंस यानी PQ रॉड मेरी एक सैल वा। ਆਪਾਂ ਇਦਾਂ ਦਿਖਾ ਦਈਏ ਜਾਂ ਆ ਮੰਨ ਲਈਏ ਕਿ ਵੀ ਇੱਕ ਤਰ੍ਹਾਂ ਅਸੀਂ ਆ ਸੈੱਲ ਲਾ ਲਿਆ, ਇੱਥੇ ਸੈੱਲ ਨੂੰ ਅਸੀਂ ਇਸ ਸਿੰਬਲ ਨਾਲ ਦਿੰਨੇ ਪਏ ਕਿ ਵੀ ਇਹਦਾ ਆ ਐਂਡ ਪੋਜ਼ਿਟਿਵ ਪੋਟੈਂਸ਼ੀਅਲ ਤੇ ਆ ਐਂਡ ਨੈਗੇਟਿਵ ਤੇ, ਹਨਾ, ਭਾਵੇਂ ਪੁੱਠਾ ਕਹਿ ਦੋ, ਤੇ ਆਪਾਂ ਇਸ ਮੂਵਮੈਂਟ ਤੇ ਇਹਦੀ ਜਗ੍ਹਾ ਤੇ ਆ ਦਿਖਾ ਦਿੱਤਾ ਕਿ ਵੀ ਇੱਥੇ ਮੇਰੀ ਉਹ ਰੋਡ ਆ ਜਿਹਦੀ ਮੂਵਮੈਂਟ ਦੇ ਕਰਕੇ, ਇਸ ਰੋਡ ਦੀ ਮੂਵਮੈਂਟ ਦੇ ਕਰਕੇ ਮੇਰੇ ਕੋਲ ਇਹਦੇ ਦੋ ਐਂਡ ਦੇ ਵਿੱਚ ਜਿਹੜਾ ਵਾ ਉਹ ਪੋਟੈਂਸ਼ੀਅਲ ਦਾ ਡਿਫਰੈਂਸ ਬਣਿਆ ਹੋਇਆ। ਯਾਨੀ ਇੱਕ ਤਰ੍ਹਾਂ ਫਿਰ ਮੇਰੀ ਆ ਰੋਡ ਜਿਹੜੀ ਆ ਇਹ ਮੇਰੇ ਸੈੱਲ ਦਾ ਕੰਮ ਕਰਦੀ ਵੀ। यस सर। यस सर। EMF ਜਿਹੜੀ ਹੈਗੀ ਇਹ ਓਪਨ ਸਰਕਟ ਚ ਵੀ ਇੰਡਿਊਸ ਹੋ ਜਾਂਦੀ ਆ, ਹਨਾ, ਤੇ ਪਰ ਜੇ ਸਰਕਟ ਚ ਕਰੰਟ ਕਹਾਂ ਤੇ ਕਰੰਟ ਉਦੋਂ ਹੀ ਫਲੋ ਕਰੂ ਜੇ ਇੱਕ ਕਲੋਜ਼ ਸਰਕਟ ਹੋਵੇ। ਯਾਨੀ ਮੈਂ ਪੰਜਾਬੀ ਸਮਝਾਵਾਂ ਤੇ ਇਦਾਂ ਗੱਲ ਕਹਿ ਸਕਦਾ, ਆ ਮੇਰੇ ਕੋਲ ਇੱਕ ਕੋਈ ਪੈਨਸਲ ਸੈੱਲ ਹੈਗਾ, ਇਹਦੇ ਦੋ ਐਂਡ ਦੇ ਵਿੱਚ ਜੇ ਮੈਂ ਇੱਕ ਵੋਲਟ ਮੀਟਰ ਲਾ ਕੇ ਇਹਦੇ ਦੋ ਐਂਡ ਚ ਮੈਂ ਇੱਕ ਵੋਲਟ ਮੀਟਰ ਲਾ ਕੇ ਇਹਦਾ ਪੋਟੈਂਸ਼ੀਅਲ ਡਿਫਰੈਂਸ ਮੇਜ਼ਰ ਕਰਨਾ ਚਾਹਾਂ ਕਰ ਸਕਦਾ ਵਾਂ, ਮਿਲ ਜਾਏਗਾ। ਇਹਦਾ ਮਤਲਬ ਇਹਨੂੰ ਮੈਂ ਕਿਸੇ ਸਰਕਟ ਚ ਨਹੀਂ ਲਾਇਆ, ਇਹ ਆਪਣੇ ਆਪ ਚ ਮੇਰੇ ਕੋਲ ਓਪਨ ਸਰਕਟ ਚ ਪਿਆ ਸੈੱਲ। ਪਰ ਜੇ ਮੈਂ ਇਹਦੇ ਥਰੂ ਇਹ ਦੇਖਣਾ ਕਿ ਸਰਕਟ ਚ ਕਰੰਟ ਕਿੰਨਾ ਦਿੰਦਾ ਤੇ ਇਹਨੂੰ ਸੈੱਲ ਨੂੰ ਮੈਂ ਐਸ ਸੱਚ ਟਾਰਚ ਚ ਪਾ ਕੇ, ਠੀਕ ਹੈ, ਫਿਰ ਟਾਰਚ ਦੇ ਦੋ ਟਰਮੀਨਲ ਜਿਹੜੇ ਹੋਣਗੇ ਉਹਨਾਂ ਦੇ ਅਕ੍ਰੋਸ ਮੈਂ ਐਮੀਟਰ ਲਾਵਾਂ, ਫਿਰ ਮੈਨੂੰ ਕਰੰਟ ਮਿਲੂਗਾ। ਇਹਦਾ ਮਤਲਬ ਇੰਡਿਊਸਡ EMF ਜਾਂ EMF ਜਿਹੜੀ ਆ ਉਹ ਤਾਂ ਓਪਨ ਸਰਕਟ ਚ ਵੀ ਹੋਏਗੀ, ਪਰ ਜਿਹੜਾ ਸਰਕਟ ਚ ਕਰੰਟ ਆਏਗਾ ਕਰੰਟ ਉਦੋਂ ਹੀ ਆਊ ਜਦੋਂ ਸਰਕਟ ਮੇਰਾ ਇੱਕ ਕਲੋਜ਼ ਸਰਕਟ ਹੋਏਗਾ। ਗੱਲ ਸਮਝ ਲੱਗੀ? यस सर। ਇਹੀ ਲਾਈਨ ਆਪਾਂ ਇੱਥੇ ਇਦਾਂ ਦੱਸਦੇ ਪਏ ਕਿ ਜਦੋਂ ਕੱਲੇ ਸੈੱਲ ਦੀ ਗੱਲ ਆਪਾਂ ਆ ਰੋਡ ਦੀ ਗੱਲ ਕੀਤੀ, ਇਹ ਮੇਰਾ ਸੈੱਲ ਬਣ ਗਿਆ, ਇਹਦੀ EMF ਇੰਡਿਊਸ ਇੰਨੀ ਹੋ ਕੇ ਆ ਗਈ। ਹੁਣ ਇਹਦੇ ਕਰਕੇ ਜੇ ਮੈਂ ਦੇਖਣਾ ਹੋਵੇ ਸਰਕਟ 'ਚ ਇੰਡਿਊਸ ਕਰੰਟ ਕਿੰਨਾ ਫਲੋ ਕਰਦਾ ਪਿਆ ਤੇ ਕਰੰਟ ਦੀ ਸਟਰੈਂਥ ਨੂੰ ਮੇਜ਼ਰ ਕਰਨ ਵਾਸਤੇ then we can write, we know that induced current, ਜੇ ਆਪਾਂ ਹੁਣ ਕਰੰਟ ਦੀ ਗੱਲ ਕਰਨੀ ਹੈ ਤੇ ਇੰਡਿਊਸਡ ਕਰੰਟ is given by, ठीक है, इंड्यूस्ड करंट ਜਿਹੜਾ ਇਸ ਬਲਬ ਚ ਫਲੋ ਕਰਦਾ ਪਿਆ, ਠੀਕ ਹੈ, ਇਹਦੀ ਮੈਂ ਸਟਰੈਂਥ ਲਿਖਣੀ ਹੋਵੇ I equal to I small ਜਾਂ ਕੈਪੀਟਲ ਜਿਹੜਾ ਮਰਜ਼ੀ ਸਿੰਬਲ ਕੋਈ ਮੈਟਰ ਨਹੀਂ ਕਰੇਗਾ, E by R, ਯਾਨੀ ਆਪਾਂ V equal to IR ਲਾਣੇ ਪਏ, V ਨੂੰ ਪੋਟੈਂਸ਼ੀਅਲ ਡਿਫਰੈਂਸ ਨੂੰ ਅਸੀਂ E ਨਾਲ ਲਿਖਦੇ ਪਏ।